ਬਾਖਬਰ ਦੁਨੀਆ ਨਿਊਜ਼ ਦੇ ਪ੍ਰੋਗਰਾਮ ਪਾਕਿਸਤਾਨੀ ਟੈਲੈਂਟ ਦੇ ਅੱਜ ਦੇ ਮਹਿਮਾਨ ਨੇ ਮਸ਼ਹੂਰ ਮਾਰੂਫ ਟਿਕਟੌਕਰ ਅਨਵਾਰ ਫਾਰੂਕ ਗੋਂਦਲ, ਜਿਨ੍ਹਾਂ ਦੇ ਟਿਕਟੌਕ ਤੇ 3.5 ਲੱਖ ਫਾਲੋਅਰ ਨੇ ਔਰ ਇਹਨਾਂ ਦੀ ਹਰ ਇੱਕ ਵੀਡੀਓ ਕਿਸੇ ਨਾ ਕਿਸੇ ਮੈਸੇਜ ਤੇ ਮਬਨੀ ਹੁੰਦੀਆਂ ਨੇ। ਆਓ ਤੁਹਾਡੀ ਅੱਜ ਇਹਨਾਂ ਨਾਲ ਮੁਲਾਕਾਤ ਕਰਵਾਉਂਦੇ ਹਾਂ। अस्सलाम वालेकुम चाचा देओ की हाल है जी वालेकुम सलाम। सुनाओ भाई की हाल है? ठीक अल्हम्दुलिल्लाह। सब तो पहले तो ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਬਾਖਬਰ ਦੁਨੀਆ ਨਿਊਜ਼ ਦੀ ਟੀਮ ਨੂੰ ਟਾਈਮ ਦਿੱਤਾ ਹੈ जी ਅਸੀਂ मेहरबानी ਤੁਹਾਡੇ ਬੜੇ ਮਸ਼ਕੂਰ ਹਾਂ। वेलकम मोस्ट वेलकम। ਅੱਛਾ, ਤੁਸੀਂ ਸਭ ਤੋਂ ਪਹਿਲਾਂ ਆਪਣੇ ਵੇਖਣ ਵਾਲਿਆਂ ਨੂੰ ਇਹ ਦੱਸਣਾ ਵੇ ਕਿ ਤੁਸੀਂ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ, ਪਹਿਲੀ ਵੀਡੀਓ ਤੁਸੀਂ ਕਦੋਂ ਬਣਾਈ ਸੀ? सर पिंड साडा डिस्ट्रिक्ट मंडी बावलदीन है, तहसील मलकवाल है, पिंड माझी है। ये तकरीबन ना जेड़ा दरिया झेलम है ਉਹਦੇ किनारे ਤੇ ਸਾਡਾ ਪਿੰਡ, ਸਾਡੇ ਜਿਹੜਾ ਹਲਕਾ ਹੁੰਦਾ ਨਾ ਸਬਾਈ ਉਹਦੇ ਵਿੱਚ ਵੀ ਸਾਡਾ ਤਕਰੀਬਨ ਸਨ ਕੱਦੀ ਵਾਲੇ ਗਿਣਿਆ ਜਾਂਦਾ ਹੈ। ਐਂਡ ਤੇ ਪਿੰਡ ਸਾਡਾ ਹੁੰਦਾ माझी ਪਿੰਡ, ਉੱਥੇ ਬਿਲੋਂਗ ਕਰਦੇ ਆ। ਤੇ ਸੋਸ਼ਲ ਮੀਡੀਆ ਦਾ ਆਗਾਜ਼ ਤਕਰੀਬਨ ਮੈਕਸਿਮਮ 2 ਸਾਲ ਕਰ ਲਓ ਤੁਸੀਂ, 2 ਸਾਲ ਹੋ ਗਏ ਨੇ। ਪਹਿਲੀ ਵੀਡੀਓ ਮੈਂ ਬਣਾਈ ਸੀ ਉਸ ਟਾਈਮ ਸਾਡੇ ਡਿਸਟ੍ਰਿਕਟ ਚੋਂ ਪੈਸਾ ਨਵਾਂ ਆਇਆ ਤੇ ਕਤਲੋ ਗਾਰਤ ਇੰਨੀ ਆਈ ਕਿ ਮਤਲਬ ਰੋਜ਼ਾਨਾ ਦੀ ਨਾ ਇਹ ਖਬਰ ਲਾਜ਼ਮੀ ਹੁੰਦੀ ਸੀ। ਅੱਜ 2 ਮਰ ਗਏ, ਅੱਜ 3 ਮਰ ਗਏ। ਮਤਲਬ ਜਵਾਨ ਜਿਹੜੀਆਂ ਨੇ ਜਵਾਨ ਕਤਲ ਉਹ ਬੜੀਆਂ ਜ਼ੋਰ ਦੀਆਂ ਵਾਰਦਾਤਾਂ। ਤੇ ਮੈਂ ਜੇ ਸਰਗੋਦੇ ਜਾਂਦਾ ਫੇਰ ਤੋਂ ਵਾਪਸੀ ਨਾਲ ਗਾਣਾ ਲੱਗੇ ਉਹ ਸੁਣਦਾ ਹੁੰਦਾ ਜੀ। ਜੱਟੋ ਵੇ ਜੱਟੋ ਕੀ ਉਹ ਕੰਮ ਕਰਦੇ, ਕਿਉਂ ਸਾਡਾ ਸਾਰਾ ਜ਼ਿਆਦਾ ਇਸ ਕੱਦੀ ਉੱਤੇ ਨੇ ਏਰੀਆ ਜੱਟ ਜ਼ਿਆਦਾ ਜਾਂਦੇ ਨੇ। ਤੇ ਮੈਂ ਆਖਿਆ ਬਸ ਦੂਜਿਆਂ ਜੱਟਾਂ ਦਾ ਤਾਂ ਪਤਾ ਨਹੀਂ, ਜਿਹੜੇ ਸਾਡੇ ਏਰੀਆ ਦੇ ਨੋਟ ਇਸੇ ਕੰਮੇ ਲੱਗੇ ਨੇ। ਅੱਛਾ ਠੀਕ ਹੈ, ਬੱਬੇ ਇੱਥੋਂ ਬਾਹਰ ਜਾਂਦੇ ਨੇ, ਉੱਥੋਂ ਪੈਸੇ ਕਮਾ ਕੇ ਇੱਥੇ ਲਿਆਉਂਦੇ ਨੇ। ਇੱਥੇ ਲਿਆ ਕੇ ਫਿਰ ਮਤਲਬ ਸਾਂਭਿਆ ਨਹੀਂ ਜਾਂਦਾ, ਉਹਨੂੰ ਸ਼ੋਅ ਕਰਨੇ ਵਾਸਤੇ ਮਾਰੋ ਮਰਾਈ ਸ਼ੁਰੂ ਹੋ ਗਈ। ਤੇ ਵੀਡੀਓ ਤੁਸੀਂ ਪਹਿਲੀ ਕਿਸ ਮਕਾਮ ਤੇ ਬਣਾਈ ਸੀ? ਉਹ ਵੀਡੀਓ ਕਿੰਨੀ ਵਾਇਰਲ ਹੋਈ ਸੀ? ਮੇਰੀ ਤਕਰੀਬਨ ਪਹਿਲੀ ਵੀਡੀਓ ਜਿਹੜੀ ਹੈ ਨਾ ਜਿਤਨੀ ਕੋ ਵਾਇਰਲ ਹੋਈ, ਉਸ ਤੋਂ ਬਾਅਦ ਹੋਰ ਕੋਈ ਵੀਡੀਓ ਇੰਨੀ ਵਾਇਰਲ ਨਹੀਂ ਹੋਈ। ਪਹਿਲੀ ਵੀਡੀਓ ਮੈਂ ਬਣਾਈ ਸੀ ਸਰਗੋਦੇ ਵਾਪਸੀ ਆ ਕੇ ਮਲਕਵਾਲ ਨਾ ਇੱਕ ਹਸਪੀਟਲ ਚੋਂ, ਉੱਥੇ ਸਾਡਾ ਤਕਰੀਬਨ ਇੰਜ ਕਰ ਲੋ ਕੋ ਰਿਸ਼ਤੇਦਾਰ ਹੀ ਆਈ ਤੇ ਉਹਦੇ ਨਾਲ ਵਾਕਿਆ ਹੋਇਆ ਸੀ। ਤੇ ਉੱਥੇ ਉਹ ਨਾਲ ਸਾਰੇ ਦਾ ਗਾਣਾ ਲੱਗਿਆ ਸੀ। ਉੱਥੇ ਆ ਕੇ ਹਸਪੀਟਲ ਦੇ ਬਾਹਰ ਮੈਂ ਖਲੋਤੇ ਗੱਡੀ 'ਚ ਬੈ ਕੇ ਮੈਂ ਵੀਡੀਓ ਬਣਾਈ ਸੀ। ਤੇ ਉਹ ਵੀਡੀਓ ਦਾ ਕੀ ਮੌਜੂ ਸੀ? ਕਿੰਨੇ ਵਿਊ ਪਿਆ ਸਰ? ਵਿਊਜ਼ ਦੀ ਉਸ ਟਾਈਮ ਮੇਰੀ ਜਿਹੜਾ ਨਾ ਮੇਰੀ ਆਈਡੀ ਤੇ ਪਹਿਲੀ ਵੀਡੀਓ ਚੱਲੀ ਸੀ ਤੇ ਉਸ ਆਈਡੀ ਨਾਲ ਵੀਡੀਓ ਆਈਡੀ ਵੀ ਬੈਨ ਹੋ ਗਈ, ਵੀਡੀਓ ਵੀ ਡਿਲੀਟ ਹੋ ਗਈ। ਕਿਉਂ? ਉਹਦੀ ਕੋਈ ਪਤਾ ਨਹੀਂ, ਇਸ ਗੱਲੇ ਦਾ ਨਹੀਂ ਪਤਾ, ਕਿਉਂਕਿ ਵੀਡੀਓ ਉਹਦੇ ਤੇ ਪਹਿਲਾਂ ਥੋੜੀਆਂ ਚੱਲਦੀਆਂ, ਲੇਕਿਨ ਜਦੋਂ ਇਹ ਵੀਡੀਓ ਪਈ ਹੈ ਤੇ ਬਹੁਤ ਜ਼ਿਆਦਾ ਵਾਇਰਲ ਹੋਈ ਹੈ। ਪਹਿਲੀ ਵੀਡੀਓ ਇਹ ਵਾਇਰਲ ਹੋਈ ਤੇ 7-8 ਲੱਖ ਦੇ ਵੀਵਰਸ਼ਿਪ ਸੀ। ਠੀਕ ਹੈ, ਹੁਣ ਇੱਕ ਵਾਰੀ ਡਿਲੀਟ ਕੀਤੀ, ਮੈਂ ਦੁਬਾਰਾ ਪਾਈ। ਉਸ ਤੋਂ ਬਾਅਦ ਮਤਲਬ ਇਹ ਮੰਡੀ ਦੇ ਜਿੰਨੇ ਪੇਜ ਨੇ, ਉਸ ਤੋਂ ਬਾਅਦ ਸੋਸ਼ਲ ਮੀਡੀਆ ਜਿੰਨਾ ਹਰ ਬੰਦੇ ਨੇ ਫਿਰ ਇਹ ਵੀਡੀਓ ਲਾਈ। ਠੀਕ ਹੈ, ਹਰ ਬੰਦੇ ਨੇ ਸ਼ੇਅਰ ਕੀਤੀ, ਚੈਨਲਾਂ ਤੱਕ ਇਹ ਵੀਡੀਓ ਚੱਲੀ। ਠੀਕ ਹੈ, ਤੇ ਮਤਲਬ ਕਾਫੀ ਜ਼ਿਆਦਾ ਮੇਰੇ ਕੋਲ ਆਪਣੇ ਕੋਲ ਤੇ ਇੰਜ ਕਰ ਲੋ 7-8 ਲੱਖ ਵਿਊ ਪਿਆ ਹੋਵੇਗਾ। ਤੇ ਬਾਕੀ ਪਲੇਟਫਾਰਮਾਂ ਤੇ ਬਹੁਤ ਜ਼ਿਆਦਾ, ਬਾਕੀ ਜਿਸ ਕਿਸੇ ਅਪਲੋਡ ਕੀਤੀ ਉਸ ਤੇ ਬਹੁਤ ਜ਼ਿਆਦਾ ਵਿਊ ਪਿਆ ਸਨ। ਅੱਛਾ ਗੋਂਦਲ ਸਾਹਿਬ, ਆਪਣੇ ਵੇਖਣ ਵਾਲਿਆਂ ਨੇ ਦੱਸੋ ਕਿ ਤੁਹਾਡੀ ਤਾਲੀਮ ਕਿੰਨੀ ਹੈ? ਮੇਰੀ ਤਾਲੀਮ ਮੈਟ੍ਰਿਕ ਹੈ ਦੇ ਸਕਦੇ, ਕਿਉਂਕਿ ਤੁਹਾਡੀ ਵੀਡੀਓਜ਼ ਦੇ ਮੈਸੇਜ ਬੜੇ ਅੱਛੇ ਹੁੰਦੇ ਨੇ। ਮੈਸੇਜ ਅੱਛੇ ਹੁੰਦੇ ਨੇ। ਉਹ ਮੈਸੇਜ ਇਸ ਵਾਸਤੇ ਅੱਛੇ ਹੁੰਦੇ ਨੇ ਕਿ ਕੁਝ ਬੰਦਿਆਂ ਨੂੰ ਹੁੰਦਾ ਹੈ ਕਿ ਮਤਲਬ ਇਹ ਸ਼ਊਰ ਜਿਹੜਾ ਉਹ ਤਾਲੀਮ ਨਾਲ ਹੁੰਦਾ ਹੈ, ਤੇ ਤਾਲੀਮ ਨਾਲ ਵੀ ਬਿਲਕੁਲ ਸ਼ਊਰ ਹੁੰਦਾ ਹੈ। ਲੇਕਿਨ ਤੁਸੀਂ ਆਪਣੇ ਵੱਡੇ ਵਡੇਰਿਆਂ ਕੋਲ ਬਵੋ ਨਾ, ਬਜ਼ੁਰਗਾਂ ਕੋਲ ਬਵੋ, ਉਹਨਾਂ ਕੋਲ ਗੱਲਾਂ ਸਿੱਖੋ, ਉਹਨਾਂ ਦੀ ਸੋਬਤ ਚ ਰਹੋ, ਤੇ ਉੱਥੋਂ ਤੁਹਾਨੂੰ ਬੜੀਆਂ ਗੱਲਾਂ ਲੱਭਦੀਆਂ ਨੇ। ਠੀਕ ਹੈ, ਤੇ ਉਹੀ ਗੱਲਾਂ ਅੱਗੇ ਬੰਦਿਆਂ ਕੇ ਡਿਲੀਵਰ ਕਰੀਦੀਆਂ ਨੇ ਤੇ ਉਹ ਪਸੰਦ ਕਰਦੇ ਨੇ। ਤਾਲੀਮ ਵੈਸੇ ਮੇਰੀ ਮੈਟ੍ਰਿਕ ਹੈ, ਤੇ ਮੈਟ੍ਰਿਕ ਤੋਂ ਬਾਅਦ ਮੰਡੀ ਡਿਗਰੀ ਕਾਲਜ ਚ ਮੈਂ ਦਾਖਲਾ ਲਿਆ। ਇੱਥੇ ਫਿਰ ਲੜਾਈਆਂ ਝਗੜੇ, ਮਾਹੌਲ ਖਰਾਬ। ਮੰਡੀ ਬੋਲਦੇ ਨੇ ਲੜਾਈਆਂ ਝਗੜੇ ਤੋਂ ਬੜਾ ਮਸ਼ਹੂਰ। ਉਹ ਮੇਰੇ ਕੋਲ ਵੀ ਇੰਜ ਗਲਤੀ ਨਾਲ ਪ੍ਰੋਫੈਸਰ ਇੱਕ ਦੀ ਬਾਂਹ ਟੁੱਟ ਗਈ, ਪਤਾ ਨਹੀਂ ਹੁੰਦੇ ਪਾ ਹੋਣੇ ਨੇ। ਅੱਛਾ, ਤੇ ਮੈਂ ਫਿਰ ਉਹਦੇ ਬਾਅਦ ਕਾਲਜ ਹੀ ਨਹੀਂ ਆਇਆ, ਤੇ ਉਸ ਤੋਂ ਬਾਅਦ ਫਿਰ ਰਸੂਲ ਕਾਲਜ ਗਿਆ। ਜੀ ਉੱਥੇ ਕੋਈ 6 ਮਹੀਨੇ ਲਾਏ ਤੇ ਫਿਰ ਗਾਰੀ। ਅੱਛਾ, ਟਿਕਟੌਕ ਤੇ ਆਉਣ ਤੋਂ ਪਹਿਲਾਂ ਤੁਹਾਡੀ ਜ਼ਿੰਦਗੀ ਕਿਸ ਤਰ੍ਹਾਂ ਦੀ ਸੀ? ਜਦੋਂ ਤੁਸੀਂ ਫੇਮਸ ਨਹੀਂ ਸੋ, ਹੁਣ ਤੁਸੀਂ ਫੇਮਸ ਹੋ, ਮਾਸ਼ਾਅੱਲਾ, ਤੁਹਾਨੂੰ ਹਰ ਨਜ਼ਰ ਵੇਖਦੀ ਹੈ। ਤੇ ਹੁਣ ਤੁਹਾਡੀ ਲਾਈਫ ਕਿਸ ਤਰ੍ਹਾਂ ਦੀ, ਕੀ ਫੀਲ ਕਰਦੇ ਹੋ? ਪਹਿਲੋਂ ਮੈਂ ਘਰੇਲੂ ਲਾਈਫ ਆਈ, ਉਸ ਟਾਈਮ ਇਹ ਜ਼ਿਮੀਂਦਾਰੀ ਦਾ ਕੰਮ ਥੋੜਾ ਹੁੰਦਾ ਜੀ। ਠੀਕ ਹੈ, ਆਪਣੀ ਵਾਹੀ ਕੀਤੀ, ਮਾਲ ਡੰਗਰ ਰੱਖਿਆ ਜੀ ਉਹਦੇ। ਉਸ ਤੋਂ ਬਾਅਦ ਯਾਰਾਂ ਦੋਸਤਾਂ ਨਾਲ ਬਹਿ ਕੇ ਗੱਪਸ਼ਪ ਕੀਤੀ। ਤੇ ਜਦੋਂ ਦੇ ਸੋਸ਼ਲ ਲਾਈਫ ਤੇ ਉਹ ਵੜੇ ਆ ਨਾ, ਇਹਦੇ ਵਿੱਚ ਇਹ ਹੈ ਚਲੋ ਇਨਕਮ ਠੀਕ ਹੋ ਜਾਂਦੀ ਹੈ, ਬਾਕੀ ਕਿਸੇ ਕੋਲ ਬਾਣੇ ਦਾ ਟਾਈਮ ਕੋਈ ਨਹੀਂ ਰਿਹਾ ਭਾਈ। ਤੇ ਨਾ ਜਿਵੇਂ ਜਿੱਥੇ ਗੈਦਰਿੰਗ ਜ਼ਿਆਦਾ ਹੈ, ਕੋਈ ਮਤਲਬ ਈਦ ਹੈ ਜਾਂ ਇੰਦੀ ਜਗ੍ਹਾ ਤੇ ਉੱਥੇ ਅਸੀਂ ਨਹੀਂ ਜਾ ਸਕਦੇ, ਕਿਉਂ ਉੱਥੇ ਜਾ ਕੇ ਬੜੇ ਕੰਪਲਿਕੇਟਡ ਮਾਮਲੇ ਹੁੰਦੇ ਨੇ, ਗੈਦਰਿੰਗ ਜ਼ਿਆਦਾ ਹੁੰਦੀ ਹੈ। ਉਹ ਸਾਡੇ ਜ਼ਿਲ੍ਹੇ ਦਾ ਮਾਹੌਲ ਲੈਂਦਾ ਹੈ, ਬੰਦੇ ਕੋ ਹੁਟੰਗ ਕਰਨ ਲੱਗ ਪਾਉਂਦੇ ਕੋਈ ਐਵੇਂ, ਮਤਲਬ ਛੋਟੀ ਗੱਲ ਤੋਂ। ਠੀਕ ਹੈ, ਇਸ ਵਜ੍ਹਾ ਤੋਂ ਮਤਲਬ ਥੋੜਾ ਜਿਹਾ ਨਾ ਹੁਣ ਪਹਿਲੋਂ ਨਾਲੋਂ ਮੁਤਾਹਤ ਹੋ ਕੇ ਟੁਰਨਾ ਪਊਗਾ। ਅੱਛਾ, ਤੁਸੀਂ ਅਰਨਿੰਗ ਦੀ ਖੁਦ ਹੀ ਗੱਲ ਕਰ ਦਿੱਤੀ ਹੈ। ਅਰਨਿੰਗ ਕਿੰਨੀ ਹੋਣੀ ਹੈ ਤੁਹਾਨੂੰ? ਅਰਨਿੰਗ ਦੀ ਅਰਨਿੰਗ ਕਿੰਨੀ ਹੈ? ਦਾਲ ਰੋਟੀ ਚਲਦੀ ਪਈ ਹੈ ਸਾਡੀ, ਤਕਰੀਬਨ ਕਿੰਨੀ ਕਿ ਚਲਦੀ ਹੈ? ਫਿਰ ਦਾਲ ਰੋਟੀ ਤੁਮਰਾ
ਕਰ ਲੋ ਕੋ ਮਹੀਨੇ ਚ ਕੋ ਦਾਲ ਰੋਟੀ ਖਵਾਣੀ ਪਵੇ ਕੋ 2000 ਬੰਦੇ ਨੂੰ ਖਵਾ ਲਈਦੀ 2000 ਬੰਦੇ ਨੂੰ ਖਵਾ ਲਈ। ਜਾਂ ਇਤਨੀ ਕਾ ਹੈ ਅਲਹਮਦੁਲਿਲਾ। ਅੱਛਾ, ਇੱਕ ਟਿਕਟਾਕਰ ਵੀਡੀਓ ਕਿਉਂ ਬਣਾਉਂਦਾ ਵੇ? ਅਰਨਿੰਗ ਵਾਸਤੇ ਬਣਾਉਂਦਾ ਹੈ ਜਾਂ ਫੇਮਸ ਹੋਣੇ ਵਾਸਤੇ ਬਣਾਉਂਦਾ? ਟਿਕਟਾਕਰ ਇਹ ਤੇ ਹਰ ਬੰਦੇ ਦਾ ਭਾਈਜਾਨ ਕੰਟੈਂਟ ਹੈ ਨਾ ਆਪਣਾ। ਅਸਲ ਚ ਫੇਮ ਜਿਹੜਾ ਹੈ ਤੇ ਬੇਸ਼ੱਕ ਹੈ ਨਾ, ਉਹੀ ਤੁਸੀਂ ਬੇਸ਼ੱਕ ਵੀਡੀਓ ਬਣਾ ਕੇ ਹਜ਼ਾਰਾਂ ਬੰਦੇ ਪਾਉਂਦੇ ਨੇ ਪੈ, ਲੱਖਾਂ ਪਾਉਂਦੇ ਨੇ ਪੈ, ਲੇਕਿਨ ਫੇਮ ਜਿਹੜਾ ਉਹ ਕਿਸੇ ਕਿਸੇ ਬੰਦੇ ਦੇ ਨਸੀਬਾਂ 'ਚ ਕੋਈ ਹੋ ਸਕਦਾ। ਕੋਈ ਇੰਨਾ ਪੈਸਾ ਕਮਾ ਕੇ ਇੰਨਾ ਕੋਈ ਬਣਾ ਕੇ ਫਿਰ ਵੀ ਫੇਮਸ ਨਹੀਂ ਹੋ ਸਕਦਾ। ਕੋਈ ਬੰਦਾ ਉਹਦੀ ਇੱਕ ਗੱਲ ਬੰਦਿਆਂ ਨੂੰ ਚੰਗੀ ਲੱਗਦੀ ਹੈ ਉਹਦੀ ਵਜ੍ਹਾ ਤੋਂ ਫੇਮਸ ਹੋ ਜਾਂਦਾ। ਪਹਿਲਾ ਬੇਸ਼ੱਕ ਤੇ ਇਹ ਹੈ ਕਿ ਬੰਦਾ ਫੇਮ ਚਾਹੁੰਦਾ ਹੈ, ਜਦੋਂ ਫੇਮ ਹੁੰਦਾ ਤੇ ਉਸ ਤੋਂ ਬਾਅਦ ਅੱਲਾ ਕਰਦਾ ਫਿਰ ਪੈਸਾ ਵੀ ਉਹਦੇ ਨਾਲ ਵਟੋ ਸ਼ੁਰੂ ਹੋ ਜਾਂਦਾ। ਨਹੀਂ, ਤੁਸੀਂ ਤੇ ਮਾਸ਼ਾਅੱਲਾ ਬੜੀ ਸ਼ੋਹਰਤ ਪਾਈ ਹੈ ਟਿਕਟਾਕ ਤੋਂ। ਅੱਛਾ, ਜਿਹੜਾ ਤੁਹਾਡਾ ਕੋਈ ਮਸ਼ਹੂਰ ਡਾਇਲੌਗ ਹੈ ਆਪਣੇ ਵੇਖਣ ਵਾਲਿਆਂ ਨੂੰ ਉਹ ਤੇ ਸੁਣਾਇਓ ਜ਼ਰਾ। ਮੇਰਾ ਜਿਹੜਾ ਜ਼ਿਆਦਾ ਮਸ਼ਹੂਰ ਡਾਇਲਾਗ ਹੈ ਨਾ ਉਹ ਭਾਈਜਾਨ ਇਹ ਹੀ ਹੈ, ਹਾਂ ਬਈ ਚਾਚੇ ਦੇ ਕੀ ਹਾਲ ਚਾਲ ਹੈ ਤੁਹਾਡਾ, ਠੀਕ ਹੋ, ਸਿਹਤਾਂ ਬੀਤਾਂ ਠੀਕ ਨੇ, ਪੂਰੇ ਫਿਟ ਫਾਟ ਹੋਣਾ, ਟੈਟ ਹੋ। ਇਹ ਜ਼ਿਆਦਾ ਡਾਇਲਾਗ ਮੇਰਾ ਚੱਲਦਾ ਪਿਆ। ਅੱਛਾ, ਇੱਕ ਤੁਹਾਡੀ ਵੀਡੀਓ ਤੁਸੀਂ ਬਣਾਉਂਦੇ ਹੋ ਉਹਦੇ ਵਿੱਚ ਸ਼ੇਰੀ ਭਾਈ ਨੇ ਕੋਈ, ਉਹਨਾਂ ਦਾ ਬੜਾ ਕਿਰਦਾਰ ਹੈ। ਉਹ ਸ਼ੇਰੀ ਭਾਈ ਨਾਲ ਤੁਹਾਡਾ ਕਿਸ ਤਰ੍ਹਾਂ ਦਾ ਤਾਲੁਕ ਹੈ? ਵੀਡੀਓਜ਼ ਦੀ ਹੱਦ ਤੱਕ ਤਾਲੁਕ ਹੈ ਕਿ ਜਾਂ ਤੁਸੀਂ ਰਿਲੇਟਿਵ ਹੋ ਜਾਂ ਤੁਸੀਂ ਕੰਮ ਇਕੱਠਾ ਕਰਦੇ ਹੋ, ਕੀ ਸੀਨ ਹੈ? ਸ਼ਰਾਜ਼ ਭਾਈ ਮੇਰਾ ਲਿਖਿਆ ਭਾਈਆਂ ਵੀ ਹੈ, ਠੀਕ ਹੈ, ਮੇਰਾ ਟੀਮ ਮੈਂਬਰ ਵੀ ਹੈ, ਠੀਕ ਹੈ। ਮਤਲਬ ਇਹ ਅਸੀਂ ਆਪੇ ਕੋਈ ਮਾੜੀ ਚੰਗੀ ਸਲਾਹ ਮਸ਼ਵਰਾ ਉਹ ਵੀ ਆਪੇ ਕਰ ਲਈਦਾ, ਠੀਕ ਹੈ। ਮਤਲਬ ਇਹ ਹੁਣ ਇੰਜ ਸਮਝੋ ਸਾਡਾ ਘਰੇਲੂ ਤਾਲੁਕ ਹੈ ਤੇ ਉਂਝ ਸੋਸ਼ਲ ਮੀਡੀਆ ਤੋਂ ਪਹਿਲਾਂ ਵੀ ਦੋਸਤੀ ਆਈ, ਉਹ ਛੋਟੇ ਭਾਈ ਦਾ ਦੋਸਤ ਆਈ ਤੇ ਉਸ ਤੋਂ ਬਾਅਦ ਜਦੋਂ ਅਸੀਂ ਇੱਕ ਟੀਮ ਚ ਆਏ ਫਿਰ ਹੁਣ ਸਾਡਾ ਆਪੇ ਚ ਬੜੀ ਅੱਛੀ ਅੰਡਰਸਟੈਂਡਿੰਗ ਹੈ ਭਾਈਆਂ ਆ। ਬਿਲਕੁਲ। ਅੱਛਾ, ਤੁਹਾਡੀਆਂ ਅਕਸਰ ਵੀਡੀਓਜ਼ ਵਿੱਚ ਨਾ ਤੁਸੀਂ ਗੱਡੀਆਂ ਤੇ ਉਹ ਮੱਝਾਂ ਗਾਵਾਂ ਵਹਾਉਂਦੇ ਹੋ। ਇਹ ਗੱਡੀਆਂ ਜਿਹੜੀਆਂ ਨੇ ਤੁਹਾਡੀ ਟਿਕਟਾਕ ਦੀ ਅਰਨਿੰਗ ਹੈ ਜਾਂ ਜ਼ਾਤੀ ਗੱਡੀਆਂ ਦਾ ਇਸਤੇਮਾਲ ਕਰਦੇ ਹੋ? ਗੱਡੀਆਂ ਹੁਣ ਸੋਸ਼ਲ ਮੀਡੀਆ ਤੇ ਟ੍ਰੈਂਡ ਹੀ ਹੈ ਚੱਲਿਆ, ਹਰ ਬੰਦਾ ਗੱਡੀਆਂ ਬਣਾਉਂਦਾ, ਲੇਕਿਨ ਮੈਨੂੰ ਨਹੀਂ ਲੱਗਦਾ ਕਿ ਜ਼ਾਤੀ ਗੱਡੀਆਂ ਕਿਸੇ ਕੋਲ 10 ਜਾਂ 15 ਕੋ। ਨਹੀਂ, ਮੈਂ ਤੁਹਾਡੀ ਗੱਡੀ ਦੀ ਗੱਲ ਕੀਤੀ ਹੈ। ਸਾਡੇ ਕੋਲ ਤੇ ਹੈ ਗੱਡੀਆਂ ਹਨ ਇੱਕ ਦੋ, ਅੱਲਾ ਦਾ ਸ਼ੁਕਰ ਹੈ। ਉਂਝ ਮੁੜ ਇਕੱਠੀਆਂ ਕਰਨੀਆਂ ਹੁਣ ਤੇ 50 ਵੀ ਕਰ ਲਈਦੀ ਹਾਂ। ਯਾਨੀ ਕਿ ਜ਼ਾਤੀ ਇਸਤੇਮਾਲ ਵਾਸਤੇ ਗੱਡੀ ਇੱਕ ਜਾਂ ਦੋ ਗੱਡੀਆਂ ਉਹ ਵੀਡੀਓਜ਼ ਵਿੱਚ ਜਿਹੜੀਆਂ ਗੱਡੀਆਂ ਹੁੰਦੀਆਂ ਤੁਸੀਂ ਜ਼ਾਤੀ ਆਪਣੀਆਂ ਗੱਡੀਆਂ ਵਹਾਉਂਦੇ ਹੋ ਜੀ। ਜਿਹੜੀਆਂ ਤਕਰੀਬਨ ਟਿਕਟਾਕ ਦੀਆਂ ਵੀਡੀਓ ਹੁੰਦੀਆਂ ਨਾ ਉਹਦੇ ਕੋਲ ਵਿੱਚ ਗੱਡੀਆਂ ਜਿਹੜੀਆਂ ਉਹ ਸਾਰੀਆਂ ਆਪਣੀਆਂ ਹੁੰਦੀਆਂ ਸਾਡੀਆਂ। ਅੱਛਾ, ਵੇਖੋ ਜੀ, ਇੱਕ ਤੁਸੀਂ ਵੀ ਟਿਕਟਾਕ ਕਰੋ, ਬੜੇ ਫੇਮਸ ਹੋ ਮਾਸ਼ਾਅੱਲਾ, ਅੱਲਾਹ ਤਾਲਾ ਨੇ ਤੁਹਾਨੂੰ ਬੜੀ ਤਰੱਕੀ ਵੀ ਦਿੱਤੀ ਹੈ ਤੇ ਬੜੇ ਫੇਮਸ ਹੋ ਤੁਸੀਂ ਇਸ ਟਾਈਮ। ਤੁਹਾਨੂੰ ਕਿਹੜਾ ਟਿਕਟਾਕਰ ਪਸੰਦ ਹੈ? ਮੈਨੂੰ ਟਿਕਟਾਕਰ ਖੈਰ ਸਾਰੇ ਹੀ ਪਸੰਦ ਨੇ, ਲੇਕਿਨ ਕੋਈ ਇੱਕ ਜਿਹੜਾ ਪਸੰਦ? ਲੇਕਿਨ ਮੈਨੂੰ ਸਭ ਤੋਂ ਜ਼ਿਆਦਾ ਜਿਹੜਾ ਨਾ ਸਭ ਤੋਂ ਜ਼ਿਆਦਾ ਪਸੰਦ ਹੈ ਉਹ ਵਕਾਰ ਭਿੰਡਰ ਨਾਂ ਦਾ ਮੁੰਡਾ ਹੈ, ਠੀਕ ਹੈ। ਉਹ ਵੀ ਦੇਸੀ ਵੀਡੀਓ ਬਣਾਉਂਦਾ ਹੈ, ਉਹ ਮੈਨੂੰ ਬਹੁਤ ਜ਼ਿਆਦਾ ਮਤਲਬ ਇੰਸਪਾਇਰ ਆ ਮੈਂ ਉਹਦੇ ਤੋਂ। ਮੈਂ ਬਹੁਤ ਵੀਡੀਓ ਵੇਖਦਾ ਉਹਦੀਆਂ। ਅੱਛਾ, ਤੁਹਾਡੇ ਜਿਹੜੀ ਆਈਡੀ ਹੈ ਟਿਕਟਾਕ ਦੀ ਆਈਡੀ ਤੇ ਕਿੰਨੇ ਫਾਲੋਅਰ ਨੇ, ਕਿੰਨੇ ਲਾਈਕ ਨੇ, ਆਪਣੇ ਵੇਖਣ ਵਾਲਿਆਂ ਨੂੰ ਦੱਸਦੇ ਆ। ਟਿਕਟਾਕ ਦੀ ਆਈਡੀ ਪਹਿਲੀ ਤੇ ਮੇਰੀ ਬੈਨ ਹੋ ਗਈ ਸੀ, ਠੀਕ ਹੈ। ਉਹਦੇ ਉੱਤੇ ਤਕਰੀਬਨ 4.5 ਲੱਖ ਫਾਲੋਅਰ ਸੀ। ਫਿਰ ਉਸ ਤੋਂ ਬਾਅਦ ਨਵੀਂ ਬਣਾਈ ਹੈ, ਉਹਦੇ ਤੇ ਵੀ ਅਲਹਮਦੁਲਿਲਾ 3.5 ਲੱਖ ਦੇ ਰਾਉਂਡ ਅਬਾਊਟ ਹੋ ਗਏ। ਅੱਛਾ, ਜਿਹੜੇ ਟਿਕਟਾਕਰ ਨਵੇਂ ਆਉਂਦੇ ਨੇ ਉਹ ਅੱਗੇ ਵੀਡੀਓਜ਼ ਡਾਲਦੇ ਨੇ, ਉਹਨਾਂ ਦੀ ਵੀਡੀਓ ਵਾਇਰਲ ਨਹੀਂ ਹੁੰਦੀ, ਕਿਆ ਕੋਈ ਐਸੀਆਂ ਟਿਪਾਂ ਹੈ ਨੇ ਕਿ ਬਈ ਉਹ ਵੀਡੀਓ ਡਾਲਣ ਤੇ ਉਹਨਾਂ ਦੀਆਂ ਵਾਇਰਲ ਵੀਡੀਓ ਹੋਣ? ਕਿ ਮਿਹਨਤ ਕਰਨਾ ਤੇ ਬਹੁਤ ਲੰਮਾ ਟਾਈਮ ਲੱਗਣਾ ਜ਼ਰੂਰੀ ਹੈ? ਇਹਦਾ ਸ਼ਾਰਟਕਟ ਇੱਕ ਹੀ ਹੈ, ਤੁਸੀਂ ਮਿਹਨਤ ਕਰੋ ਤੇ ਕੰਟੈਂਟ ਤੁਸੀਂ ਆਪਣਾ ਲਿਆਓ ਤੇ ਠੀਕ ਹੈ। ਤੁਸੀਂ ਮਤਲਬ ਇੱਕ ਨਵਾਂ ਕੋਈ ਕ੍ਰੀਏਟਿਵ ਕੋਈ ਵੀ ਸ਼ਾਇਦ ਨਵੀਂ ਲੈ ਕੇ ਆਓ, ਉਹਦੇ ਉੱਤੇ ਤੁਸੀਂ 5 ਤੋਂ 10 ਵੀਡੀਓ ਪਾਓ, ਮੈਂ ਵੇਖਦਾ ਕਿ ਤੁਹਾਡੀ ਵੀਡੀਓ ਵਾਇਰਲ ਹੁੰਦੀ ਕਿ ਨਹੀਂ ਹੁੰਦੀ। ਜੇ ਤੁਹਾਡਾ ਦਿਲ ਹੈ ਨਾ ਮਤਲਬ ਤੁਸੀਂ ਖੱਚ ਮਾਰ ਕੇ ਜਾਂ ਮਤਲਬ ਆਪਣੇ ਆਪੇ ਨੂੰ ਬਿਜ਼ਨਸ ਕਰਕੇ ਵੀਡੀਓ ਵਾਇਰਲ ਕਰਨੀ ਹੈ ਤੇ ਉਹਦੇ ਤੋਂ ਫਿਰ ਤੁਸੀਂ ਫੇਮ ਲੈਣਾ, ਤੁਹਾਡੀ ਇੱਜ਼ਤ ਬਣੇ ਦੀ, ਉਹ ਗੱਲ ਬਿਲਕੁਲ ਭੁੱਲ ਜਾਓ। ਬੰਦੇ ਹੁਣ ਹਰ ਚੀਜ਼ ਜਾਣਦੇ ਨੇ, ਸਮਝਦੇ ਨੇ। ਕੰਟੈਂਟ ਬਣਾਓ, ਮਿਹਨਤ ਕਰੋ, ਸੋਚੋ, ਠੀਕ ਹੈ। ਉਸ ਤੋਂ ਬਾਅਦ ਵੀਡੀਓ ਬਣਾਓ ਮਿਹਨਤ ਕਰਕੇ ਤੇ ਫਿਰ ਤੁਹਾਨੂੰ ਇੱਜ਼ਤ ਵੀ ਲੱਭੇਗੀ, ਬੰਦੇ ਪਸੰਦ ਕਰਨਗੇ। ਯਾਨੀ ਕਿ ਗੋਂਦਲ ਸਾਹਿਬ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਆਪਣੇ ਆਪ ਨੂੰ ਡੀਗ੍ਰੇਡ ਨਾ ਕਰੋ, ਤੁਸੀਂ ਕੰਟੈਂਟ ਅੱਛੇ ਲੈ ਕੇ ਆਓ। ਅੱਛਾ ਗੋਂਦਲ ਸਾਹਿਬ, ਇਹ ਦੱਸੋ ਆਪਣੇ ਵੇਖਣ ਵਾਲੋਂ ਕਿ ਤੁਹਾਡੀਆਂ ਵੀਡੀਓ ਬੜੇ ਥਾਟਸ ਨਾਲ ਵੀਡੀਓ ਬਣਦੀਆਂ ਨੇ, ਇੱਕ ਬੜਾ ਮਾਹੌਲ ਦਿੰਦੇ ਹੋ ਤੁਸੀਂ ਵੀਡੀਓ ਨੂੰ, ਗੱਡੀ ਛੱਡੀ ਨਾਲ ਕੋਈ ਦੋਸਤ ਹੁੰਦੇ ਨੇ। ਇਹ ਤੁਹਾਡਾ ਜਿਹੜਾ ਨਿਜ਼ਾਮ ਹੈ ਸਿਰਫ ਸੋਸ਼ਲ ਮੀਡੀਆ ਤੋਂ ਚੱਲਦਾ ਹੈ ਜਾਂ ਕੋਈ ਹੋਰ ਮਾਮਲਾ ਹੈ ਪਿੱਛੇ? ਇਹ ਸੋਸ਼ਲ ਮੀਡੀਆ ਤੋਂ ਖੈਰ ਸੋਸ਼ਲ ਮੀਡੀਆ ਤੇ ਹੁਣ 2 ਸਾਲ ਹੋ ਗਏ ਨੇ ਇਹਨੂੰ ਆਇਆ, ਤੇ ਉਸ ਤੋਂ ਪਹਿਲਾਂ ਵੀ ਅੱਲਾ ਦਾ ਸ਼ੁਕਰ ਹੈ, ਅੱਲਾ ਨੇ ਯਾਰ ਸੱਜਣ ਬੜੇ ਚੰਗੇ ਦਿੱਤੇ ਨੇ। ਉਸ ਤੋਂ ਇਲਾਵਾ ਮਤਲਬ ਇਹ ਆਪਣੀ ਵੀ ਮੇਰੀ ਜ਼ਮੀਨ ਜਿਹੜੀ ਉਹ ਤਕਰੀਬਨ 2 ਮੁਰੱਬੇ ਦੇ ਲਗਭਗ ਹੈ। 2 ਭਾਈਆਂ ਸੀ, ਭਾਈ ਛੋਟਾ ਮੇਰੇ ਤੋਂ ਜਿਹੜਾ ਉਹ ਇਟਲੀ ਹੁੰਦਾ ਹੈ, ਤੇ ਉਹ ਜ਼ਮੀਨ ਅੱਗੇ ਸ਼ੁਰੂ ਤੋਂ ਵੀ ਆਈ ਤੇ ਸ਼ੁਰੂ ਤੋਂ ਹੀ ਮਤਲਬ ਖਾਣ ਪੀਣ ਨੂੰ ਰਹਿਣ ਸਹਿਣ ਚੰਗਾ ਹੈ, ਤੇ ਉਸ ਤੋਂ ਬਾਅਦ ਵੀ ਹੁਣ ਅੱਲਾ ਦਾ ਸ਼ੁਕਰ ਹੈ ਮਤਲਬ ਇਹ ਠੀਕ ਨਿਜ਼ਾਮ ਚੱਲਦਾ ਪਿਆ। ਅੱਛਾ, ਤੁਸੀਂ ਅਕਸਰ ਵੀਡੀਓ 'ਚ ਵੇਖਿਆ ਹੋਵੇ ਕਿ ਉਹ ਮਾਲੇ ਡੰਗਰ ਇਹਨਾਂ ਪੱਠੇ ਵੀ ਪਾਉਂਦੇ ਹੁੰਦੇ ਆ, ਹੁਣ ਵੀ ਪਾਉਂਦੇ ਹੋ ਫੇਮਸ ਹੋਣ ਤੋਂ ਬਾਅਦ ਵੀ ਕਿ ਪਹਿਲਾਂ ਹੀ ਪਾਏ ਸਨ ਪੱਠੇ? ਨਹੀਂ ਜੀ, ਹੁਣ ਵੀ ਪਾਉਂਦੇ ਆ ਅਸੀਂ। ਇਦੋਂ ਮਤਲਬ ਹੈ ਹੁਣ ਤੁਹਾਡਾ ਇੰਟਰਵਿਊ ਕਰਕੇ ਹੋ ਸਕਦਾ ਜਾ ਕੇ ਧਾਰ ਵੀ ਕੱਢਣੀ ਹੋਵੇ, ਜਾ ਕੇ ਪਾਣੀ ਵੀ ਲਾਣਾ ਹੋਵੇ, ਠੀਕ ਹੈ, ਜਾ ਕੇ ਕੋਈ ਬੋਏ ਵੀ ਬਾਣੀ ਹੋਵੇ,
ਸਾਰਾ ਕੰਮ ਅਲਹਮਦੁਲਿल्लाह ਆਪਣਾ ਕਰੀਦਾ ਜੇ ਵੀ ਫਿਲਹਾਲ ਵੀ ਜਿਸ ਟਾਈਮ ਲੱਗੇ, ਜਿਸ ਟਾਈਮ ਨਾ ਲੱਗੇ ਫਿਰ ਕਿਸੇ ਕੋ ਕਰਵਾ ਵੀ ਲਈ। ਸੋਸ਼ਲ ਮੀਡੀਆ ਤੋਂ ਪਹਿਲਾਂ ਟਿਕਟੌਕ ਆਉਣ ਤੋਂ ਪਹਿਲਾਂ ਇਹ ਗਰਾਊਂਡ ਬੜੇ ਆਬਾਦ ਹੁੰਦੇ ਸਨ, ਜੀ ਜੀ। ਜਿਹੜੇ ਕਿ ਹੁਣ ਗਰਾਊਂਡ ਜਿਹੜੇ ਨੇ ਨਾ ਉਹ ਵੀਰਾਨ ਹੋ ਗਏ ਨੇ। ਤੁਸੀਂ ਆਪਣੇ ਵੇਖਣ ਵਾਲੇ ਨੌਜਵਾਨ ਨੂੰ ਕੀ ਨਸਲ ਨੂੰ ਪੈਗਾਮ ਦੇਣਾ ਚਾਹੁੰਦੇ ਹੋ? ਕਿਆ ਬਾਈ ਉਹ ਟਿਕਟੌਕ ਤੋਂ ਹਟ ਕੇ ਗੇਮਾਂ ਸਪੋਰਟਸ ਕਰਦੇ ਰਹਿਣ ਤੇ ਫਿਟਨੈਸ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅੱਗੇ ਪਹਿਲੋ ਸੀ ਮਤਲਬ ਇਹ ਟਿਕਟੌਕ ਤੋਂ ਪਹਿਲੋ ਸੀ ਆ ਵੀ ਜਾਇਦਾ ਹੀ, ਹੋਰ ਕੋਈ ਕੰਮ ਨਾ ਹੁੰਦਾ। ਕ੍ਰਿਕਟ ਖੇਡਣ ਟੁਰ ਜਾਣਾ, ਠੀਕ ਹੈ, ਫੁੱਟਬਾਲ ਵਾਲ ਟੁਰ ਜਾਣਾ, ਕਬੱਡੀ ਦਾ ਬੜਾ ਸ਼ੌਕ ਹੈ, ਉਹ ਖੇਡਦਾ ਰਹਿਣਾ। ਉਸ ਤੋਂ ਬਾਅਦ ਮੈਨੂੰ ਆਪਣੇ ਜ਼ਾਤੀ ਤੌਰ ਤੇ ਬਾਡੀ ਬਿਲਡਿੰਗ ਦਾ ਸ਼ੌਕ ਸੀ। ਮੈਂ ਜਿਮ ਆਪਣਾ ਘਰ ਹੀ ਉਹ ਤਿਆਰ ਕਰਕੇ ਸੀਮੈਂਟ ਬਜਰੀ ਪਾ ਪੂ ਕੇ ਨਾ ਉਹ ਵੀ ਬਣਾਈ ਰੱਖੀ ਸੀ। ਸ਼ੁਰੂ ਵਿੱਚ ਇਹ ਰੂਟੀਨ ਹੁੰਦੀ ਸੀ, ਲੇਕਿਨ ਹੁਣ ਜਦੋਂ ਦਾ ਇਹ ਸੋਸ਼ਲ ਮੀਡੀਆ ਆਇਆ ਉਦੋਂ ਦਾ ਬੰਦੇ ਉਹ ਦੂਜੀਆਂ ਗੇਮਾਂ ਛੱਡ ਕੇ ਹੁਣ ਪੁੱਠੀਆਂ ਗੇਮਾਂ ਪਿੱਛੇ ਹੋ ਗਏ ਨਾ, ਠੀਕ ਹੈ। ਲੇਕਿਨ ਮੈਂ ਜਿਹੜੀ ਇਹ ਨੌਜਵਾਨ ਨਸਲ ਹੈ, ਸਾਰਾ ਕੁਝ ਸੋਸ਼ਲ ਮੀਡੀਆ ਨਹੀਂ ਹੁੰਦਾ। ਕੋਈ ਤੁਹਾਡੀ ਆਪਣੀ ਜ਼ਾਤੀ ਜ਼ਿੰਦਗੀ ਵੀ ਹੈ, ਤੁਹਾਡੀ ਸਿਹਤ ਵੀ ਹੈ, ਤੁਹਾਡੀ ਫੈਮਿਲੀ ਵੀ ਹੈ, ਠੀਕ ਹੈ। ਸਾਰਿਆਂ ਨਾਲੋਂ ਪਹਿਲਾਂ ਤੇ ਕਿ ਤੁਸੀਂ ਅਗਰ ਆਪਣੀ ਕੇਅਰ ਨਹੀਂ ਨਾ ਕਰਨੀ, ਆਪਣੇ ਆਪੇ ਦੇ ਬਾਰੇ ਨਹੀਂ ਸੋਚਣਾ, ਫਿਰ ਬਈ ਤੁਸੀਂ ਕਿਸੇ ਦੇ ਨਾ ਕੋਈ ਲੱਗਦੇ ਹੋ, ਠੀਕ ਹੈ ਨਾ, ਤੁਹਾਡਾ ਕੱਖ ਵੀ ਨਹੀਂ ਬਣਨਾ। ਸਾਰਿਆਂ ਨਾਲੋਂ ਪਹਿਲਾਂ ਆਪਣੇ ਆਪਣੀ ਕੇਅਰ ਕਰੋ, ਠੀਕ ਹੈ। ਗਰਾਊਂਡਾਂ ਵੱਲ ਜਾਓ, ਖੇਡੋ, ਫੈਮਿਲੀ ਕੋਲ ਬਵੋ, ਉਹਨਾਂ ਟਾਈਮ ਦਿਓ, ਠੀਕ ਹੈ। ਤੇ ਚਲੋ ਹੈ ਅਗਰ ਤੁਹਾਡੇ ਵਿੱਚ ਸਲਾਹੀਅਤ ਹੈ, ਤੁਸੀਂ ਕਰ ਸਕਦੇ ਹੋ, ਤੁਸੀਂ ਕੰਟੈਂਟ ਕ੍ਰੀਏਟਰ ਹੋ, ਤੁਸੀਂ ਬਣਾ ਸਕਦੇ ਹੋ। ਫਿਰ ਇੱਦਾਂ ਐਵੇਂ ਸੁੱਕੀਆਂ ਟੱਕਰਾਂ ਮਾਰਨ ਦਾ ਕੋਈ ਫਾਇਦਾ ਸੋਸ਼ਲ ਮੀਡੀਆ ਨੂੰ। ਇੱਥੇ ਵੀ ਬਹੁਤ ਜ਼ਿਆਦਾ ਕੰਪੀਟੀਸ਼ਨ ਹੈ, ਹੁਣ ਤੁਸੀਂ ਆਪਣਾ ਲੋਹਾ ਮਨਵਾ ਕੇ ਅੱਗੇ ਹੋਣਾ। ਅੱਛਾ, ਤੁਸੀਂ ਵੀਡੀਓ ਜਿਹੜੀਆਂ ਨੇ ਡਾਲਦੇ ਹੋ ਆਪਣੇ ਟਿਕਟੌਕ ਤੇ, ਇਹ ਤੁਸੀਂ ਮੋਬਾਈਲ ਤੇ ਬਣਾਉਂਦੇ ਹੋ ਜਾਂ ਕੈਮਰਾ ਰੱਖਿਆ? ਅਸੀਂ ਢੂੰਢੇ ਹਨ ਕੈਮਰੇ ਸ਼ੈਮਰੇ ਵੀ ਬੜੇ, ਪਰ ਸਾਡਾ ਨਹੀਂ ਦਿਆ ਜ਼ਹਿਨ ਹੀ ਨਹੀਂ ਮੰਨਦਾ ਕੈਮਰਿਆਂ ਨੂੰ। ਕਿਹੜੇ ਮੋਬਾਈਲ ਜ਼ਿਆਦਾ ਅਸੀਂ ਆਈਫੋਨ ਤੋਂ ਸ਼ੁਰੂ ਤੋਂ ਆਈਫੋਨ ਤੇ ਬਣਾਉਂਦੇ ਪਿਆ। ਪਹਿਲਾਂ ਉਂਝ ਸਾਦਿਆਂ ਤੋਂ ਵੀ ਬਣਾਈਆਂ ਪਈਆਂ ਜਿਸ ਟਾਈਮ ਮਤਲਬ ਇਹ ਤੌਫੀਕ ਨਾ ਫੋਨ ਵੱਲ ਲੈਣੇ ਦੀ। ਤੇ ਹੁਣ ਅਲਹਮਦੁਲਿल्लाह ਆਈਫੋਨ 15 Pro Max ਹੈ, ਉਹਦੇ ਤੇ ਸ਼ੂਟ ਕਰੀਦਾ, ਉਹਦੇ ਉੱਤੇ ਐਡੀਟਿੰਗ ਕਰੀਦੀ ਹੈ, ਉਸੇ ਤੋਂ ਫਿਰ ਅਪਲੋਡ ਕਰ ਛੜੀ। ਤੇ ਤੁਹਾਡੀਆਂ ਵੀਡੀਓ ਦੀ ਐਡੀਟਿੰਗ ਕੌਣ ਕਰਦਾ? ਤੁਸੀਂ ਖੁਦ ਹੀ ਕਰਦੇ ਹੋ? ਅਸੀਂ ਆਪੇ, ਮੈਂ ਵੀ ਐਡੀਟਰ ਹਾਂ, ਸ਼ਰਾਦ ਵੀ ਐਡੀਟਰ ਹੈ, ਮੈਕਨ ਹੈ, ਉਹ ਵੀ ਐਡੀਟਿੰਗ ਕਰਦਾ ਹੈ। ਮਤਲਬ ਇਹ ਅਸੀਂ ਤਰਾਵੇ ਆਪਣੀਆਂ ਵੀਡੀਓ ਆਪ ਹੀ ਐਡਿਟ ਕਰਦੇ।